ਮੈਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਤੇ ਮੇਰੇ ਦੋਸਤ ਨੇ ਕਰਜ਼ੇ ਦੇ ਬਦਲੇ ਮੇਰੀ ਪਤਨੀ ਨਾਲ ਇੱਕ ਰਾਤ ਸੌਣ ਦੀ ਸ਼ਰਤ ਰੱਖੀ। ਮੈਂ ਮਜਬੂਰੀ ਕਰਕੇ ਉਸ ਨਾਲ ਸਹਿਮਤ ਹੋ ਗਿਆ। ਰਾਤ ਨੂੰ ਮੇਰੀ ਪਤਨੀ ਨੂੰ ਮੇਰੇ ਦੋਸਤ ਕੋਲ ਛੱਡ ਦਿੱਤਾ, ਪਰ ਮੈਂ ਉਸੇ ਕਮਰੇ ਵਿੱਚ ਲੁਕ ਗਿਆ। ਜਿਵੇਂ ਹੀ ਮੇਰੇ ਦੋਸਤ ਨੇ ਮੇਰੀ ਪਤਨੀ ਨੂੰ ਫੜਿਆ ਤੇ ਫਿਰ ਉਸ ਨਾਲ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਪਤਨੀ ਤਾਂ ਖੁਦ ਹੀ, ਤੁਸੀਂ ਜਾਣਦੇ ਹੀ ਹੋ, ਇੱਕ ਇੱਜ਼ਤਦਾਰ ਆਦਮੀ ਲਈ ਸਭ ਤੋਂ ਔਖਾ ਕੰਮ ਹੁੰਦਾ ਹੈ ਆਪਣੀ ਹੀ ਪਤਨੀ ਦਾ ਸੌਦਾ ਕਰਨਾ। ਪਰ ਮੈਂ ਇਹ ਸੌਦਾ ਕਰਨ ਲਈ ਬਹੁਤ ਮਜਬੂਰ ਸੀ। ਮੈਂ ਇੱਕ ਰਾਤ ਲਈ ਆਪਣੀ ਹੀ ਪਤਨੀ ਦਾ ਸੌਦਾ ਕੀਤਾ। ਕਾਲੇ ਰੰਗ ਦੀ ਸਾੜੀ ਵਿੱਚ ਮੇਰੀ ਪਤਨੀ ਮੇਰੇ ਸਾਹਮਣੇ ਸੁੰਦਰ ਲੱਗ ਰਹੀ ਸੀ। ਉਸਦੇ ਸੋਹਣੇ ਲੰਬੇ ਖੁੱਲੇ ਵਾਲ, ਉਸਦਾ ਦੁੱਧਾ ਰੰਗ ਤੇ ਉਸਦੀ ਸੁੰਦਰ ਦਿੱਖ ਹਮੇਸ਼ਾ ਮੇਰੀ ਸ਼ਾਂਤੀ ਖੋਹ ਲੈਂਦੀ ਸੀ। ਪਰ ਅੱਜ ਦਾ ਮੇਕਅਪ ਕਿਸੇ ਹੋਰ ਲਈ ਸੀ, ਅਤੇ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਸੀ ਕਿ ਮੈਨੂੰ ਇਹ ਸਭ ਪਤਾ ਸੀ ਅਤੇ ਮੈਂ ਖੁਦ ਉਸ ਨੂੰ ਇਸ ਦੀ ਇਜਾਜ਼ਤ ਦਿੱਤੀ ਸੀ। ਮੈਂ ਉਸਦੇ ਸੁੰਦਰ ਫਿਗਰ ਵੱਲ ਝਾਤੀ ਮਾਰੀ ਅਤੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਮੇਰੇ ਦਿਲ ਤੇ ਕੀ ਬੀਤ ਰਹੀ ਸੀ ਇਹ ਸਿਰਫ ਮੈਂ ਹੀ ਜਾਣਦਾ ਸੀ। ਮੇਰੀ ਹਾਲਤ ਕੋਈ ਨਹੀਂ ਸਮਝ ਸਕਦਾ ਸੀ। ਮੇਰੇ ਦੋਸਤ ਦੀ ਕਾਰ ਬਾਹਰ ਖੜੀ ਸੀ ਅਤੇ ਡਰਾਈਵਰ ਮੇਰੀ ਪਤਨੀ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹ ਮੇਰੀ ਪਤਨੀ ਨੂੰ ਮੇਰੇ ਦੋਸਤ ਦੇ ਹੋਟਲ ਵਿੱਚ ਲਿਜਾ ਸਕੇ। ਅਤੇ ਫਿਰ ਮੇਰੀ ਪਤਨੀ ਤਿਆਰ ਹੋ ਗਈ ਅਤੇ ਥੱਕੇ ਟੁੱਟੇ ਕਦਮਾਂ ਨਾਲ ਮੇਰੇ ਦੋਸਤ ਦੇ ਡਰਾਈਵਰ ਨਾਲ ਚਲੀ ਗਈ। ਮੈਂ ਬੇਵਸੀ ਨਾਲ ਉਸ ਵੱਲ ਦੇਖਦਾ ਰਿਹਾ। ਅੱਜ ਦੀ ਰਾਤ ਸ਼ਾਇਦ ਮੇਰੇ ਤੇ ਕਿਸੇ ਅਸਮਾਨੀ ਬਿਜਲੀ ਵਾਂਗ ਡਿੱਗਣ ਵਾਲੀ ਸੀ, ਪਰ ਸਵੇਰ ਦਾ ਸੂਰਜ ਮੈਨੂੰ ਸਾਰੇ ਕਰਜ਼ਿਆਂ ਤੋਂ ਮੁਕਤ ਕਰ ਸਕਦਾ ਸੀ। ਪਰ ਅੱਜ ਦੀ ਰਾਤ ਬੀਤਣ ਵਾਲੀ ਨਹੀਂ ਸੀ। ਜਿਵੇਂ ਜਿਵੇਂ ਰਾਤ ਵੱਧਦੀ ਜਾ ਰਹੀ ਸੀ, ਮੇਰੀ ਬੇਚੈਨੀ ਵੀ ਵੱਧਦੀ ਜਾ ਰਹੀ ਸੀ। ਇੰਜ ਲੱਗਾ ਜਿਵੇਂ ਮੈਂ ਸਾਹ ਵੀ ਨਹੀਂ ਲੈ ਸਕਾਂਗਾ। ਮੇਰੀਆਂ ਅੱਖਾਂ ਅੱਗੇ ਸਿਰਫ ਮੇਰੀ ਪਤਨੀ ਦਾ ਚਿਹਰਾ ਝਲਕ ਰਿਹਾ ਸੀ। ਮੈਂ ਆਪਣੇ ਦੋਸਤ ਦਾ ਸ਼ੈਤਾਨੀ ਹਾਸਾ ਸੁਣ ਸਕਦਾ ਸੀ। ਮੈਂ ਆਪਣੇ ਕੰਨਾਂ ਨਾਲ ਆਪਣੀ ਪਤਨੀ ਦਾ ਰੋਣਾ ਸੁਣ ਸਕਦਾ ਸੀ। ਉਸ ਦੀ ਬੇਵਸੀ ਦੇ ਹੰਝੂ ਮੈਂ ਦੇਖ ਸਕਦਾ ਸੀ। ਮੇਰਾ ਦਿਲ ਇੰਨਾ ਬੇਚੈਨ ਹੋ ਗਿਆ ਕਿ ਮੈਂ ਖੜਾ ਹੋ ਗਿਆ। ਮੇਰਾ ਸਾਹ ਪੂਰੀ ਤਰ੍ਹਾਂ ਬੰਦ ਸੀ ਅਤੇ ਮੇਰਾ ਦਿਮਾਗ ਜਿਵੇਂ ਇਹ ਫੱਟਣ ਵਾਲਾ ਸੀ। ਮੇਰੇ ਲਈ ਇਹ ਸਭ ਸਹਿਣਾ ਬਹੁਤ ਔਖਾ ਸੀ ਕਿ ਮੈਂ ਆਪਣੀ ਪਤਨੀ ਨੂੰ ਕਿਸੇ ਹੋਰ ਕੋਲ ਰਾਤ ਲਈ ਭੇਜ ਰਿਹਾ ਸੀ। ਮੇਰੇ ਲਈ ਇਸ ਗੱਲ ਨੂੰ ਸਹਿਣਾ ਮੁਸ਼ਕਿਲ ਸੀ ਕਿ ਅੱਜ ਰਾਤ ਮੇਰੀ ਪਤਨੀ ਕਿਸੇ ਹੋਰ ਦੀ ਬਾਹਾਂ ਵਿੱਚ ਹੋਵੇਗੀ। ਮੈਂ ਮੁਸ਼ਕਲ ਨਾਲ ਘਰ ਛੱਡਿਆ। ਮੈਂ ਸਿੱਧਾ ਉਸ ਹੋਟਲ ਵੱਲ ਜਾ ਰਿਹਾ ਸੀ ਜਿੱਥੇ ਮੇਰੀ ਪਤਨੀ ਗਈ ਸੀ। ਜਿਉਂ-ਜਿਉਂ ਮੈਂ ਹੋਟਲ ਦੇ ਨੇੜੇ ਜਾ ਰਿਹਾ ਸੀ, ਮੇਰੇ ਦਿਲ ਦੀ ਹਾਲਤ ਵਿਗੜਦੀ ਜਾ ਰਹੀ ਸੀ। ਐਵੇਂ ਲੱਗ ਰਿਹਾ ਸੀ ਜਿਵੇਂ ਮੇਰੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਹੋਵੇ। ਮੈਂ ਆਪਣੇ ਦੋਸਤ ਨੂੰ ਮਾਰ ਦੇਣਾ ਚਾਹੁੰਦਾ ਸੀ। ਮੈਂ ਕਰਜ਼ਾਈ ਤਾਂ ਪਹਿਲਾਂ ਹੀ ਸੀ, ਹੁਣ ਮੈਨੂੰ ਲੱਗਦਾ ਸੀ ਕਿ ਮੈਂ ਕਾਤਲ ਬਣ ਜਾਵਾਂ, ਪਰ ਆਪਣੀ ਇੱਜ਼ਤ ਦਾ ਸੌਦਾ ਨਾ ਕਰਾਂ। ਹੋਟਲ ਪਹੁੰਚ ਕੇ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਮੈਂ ਆਪਣੇ ਦੋਸਤ ਦਾ ਨਾਂ ਦੱਸਿਆ ਤੇ ਪੁੱਛਿਆ ਕਿ ਉਹ ਕਿਸ ਕਮਰੇ ਵਿੱਚ ਹੈ, ਤਾਂ ਰਿਸੈਪਸ਼ਨ ਤੇ ਬੈਠੀ ਕੁੜੀ ਹੱਸ ਪਈ। ਉਸਨੇ ਕਿਹਾ ਕਿ ਉਸਨੇ ਅੱਜ ਰਾਤ ਲਈ ਇੱਕ ਵਿਸ਼ੇਸ਼ ਕਮਰਾ ਬੁੱਕ ਕੀਤਾ ਹੈ ਗੋਲਡਨ ਨਾਈਟ ਦੇ ਨਾਂ ਤੇ ਇਹ ਵੀ ਕਿਹਾ ਗਿਆ ਹੈ ਕਿ ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਮੇਰੇ ਦੋਸਤ ਦੇ ਡਰਾਈਵਰ ਨੇ ਮੈਨੂੰ ਕੁਝ ਪੈਸੇ ਐਡਵਾਂਸ ਦਿੱਤੇ ਸੀ, ਇਸ ਲਈ ਮੇਰੇ ਕੋਲ ਪੈਸੇ ਸਨ। ਮੈਂ ਕਿਹਾ ਕਿ ਮੈਨੂੰ ਉਸ ਕਮਰੇ ਦੇ ਨਾਲ ਵਾਲਾ ਹੀ ਕਮਰਾ ਚਾਹੀਦਾ ਹੈ। ਮੇਰੀ ਬੇਚੈਨੀ ਇਸ ਸਮੇਂ ਸਿਖਰ ਤੇ ਸੀ। ਮੇਰੇ ਕੋਲ ਸ਼ਬਦ ਵੀ ਨਹੀਂ ਸਨ ਕਿ ਮੈਂ ਆਪਣੀ ਬੇਚੈਨੀ ਨੂੰ ਜ਼ਾਹਿਰ ਕਰ ਸਕਾਂ। ਰਿਸੈਪਸ਼ਨ ਤੇ ਬੈਠੀ ਕੁੜੀ ਨੇ ਚਾਬੀ ਮੇਰੇ ਸਾਹਮਣੇ ਰੱਖ ਦਿੱਤੀ। ਮੈਂ ਸਾਹਮਣੇ ਪਈ ਚਾਬੀ ਚੁੱਕੀ ਤੇ ਆਪਣੇ ਦੋਸਤ ਦੇ ਨਾਲ ਵਾਲੇ ਕਮਰੇ ਵਿੱਚ ਚਲਾ ਗਿਆ ਤੇ ਲੁਕ ਕੇ ਆਪਣੇ ਦੋਸਤ ਦੇ ਕਮਰੇ ਵਿੱਚ ਵੜ ਗਿਆ ਤੇ ਉਸ ਦੇ ਕਮਰੇ ਵਿੱਚ ਲੁਕ ਗਿਆ। ਮੇਰੀ ਜੇਬ ਵਿੱਚ ਇੱਕ ਤਿੱਖਾ ਚਾਕੂ ਵੀ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਨੂੰ ਨਹੀਂ ਛੱਡਾਂਗਾ, ਚਾਹੇ ਮੇਰੇ ਨਾਲ ਕੁਝ ਵੀ ਹੋ ਜਾਵੇ। ਪਰ ਜਿਵੇਂ ਹੀ ਲੁਕ ਕੇ ਮੈਂ ਕਮਰੇ ਦੇ ਅੰਦਰ ਦਾ ਨਜ਼ਾਰਾ ਦੇਖਿਆ ਤਾਂ ਮੇਰੇ ਤਾਂ ਹੋਸ਼ ਉੱਡ ਗਏ। ਚਾਕੂ ਮੇਰੇ ਹੱਥੋਂ ਜ਼ਮੀਨ ਤੇ ਡਿੱਗ ਪਿਆ। ਮੇਰੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ। ਸਾਹਮਣੇ ਵਾਲਾ ਨਜ਼ਾਰਾ ਦੇਖਣਾ ਮੇਰੇ ਲਈ ਬਹੁਤ ਔਖਾ ਸੀ, ਕਿਉਂਕਿ ਮੇਰੀ ਪਤਨੀ ਤੇ ਮੇਰਾ ਦੋਸਤ, ਮੇਰਾ ਨਾਮ ਮਨਦੀਪ ਹੈ, ਮੇਰਾ ਆਪਣਾ ਕੱਪੜਿਆਂ ਦਾ ਕਾਰੋਬਾਰ ਸੀ ਜੋ ਪਹਿਲਾਂ ਤਾਂ ਚੰਗਾ ਚੱਲ ਰਿਹਾ ਸੀ, ਪਰ ਹੁਣ ਇਸ ਵਿੱਚ ਭਾਰੀ ਘਾਟਾ ਪੈ ਗਿਆ ਸੀ। ਮੈਂ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਮੇਰੇ ਦੋਸਤ ਦੀ ਗੱਲ ਸੁਣਨ ਤੋਂ ਬਾਅਦ ਮੈਂ ਉਸ ਨਾਲ ਅੱਖਾਂ ਮਿਲਾਉਣ ਦੇ ਯੋਗ ਨਹੀਂ ਸੀ। ਅਸੀਂ ਇੱਕ ਕੌਫੀ ਸ਼ਾਪ ਤੇ ਬੈਠੇ ਹੋਏ ਸੀ। ਮੇਰੇ ਸਾਹਮਣੇ ਗੋਲ ਟੇਬਲ ਤੇ ਕੌਫੀ ਦੇ 2 ਗਿਲਾਸ ਰੱਖੇ ਹੋਏ ਸਨ ਅਤੇ ਸਾਹਮਣੇ ਬੈਠਾ ਮੇਰਾ ਦੋਸਤ ਮੇਰੇ ਵੱਲ ਘੂਰ ਰਿਹਾ ਸੀ। ਉਸਨੇ ਕਿਹਾ, ਧਿਆਨ ਨਾਲ ਸੋਚੋ ਕੋਈ ਮਜਬੂਰੀ ਨਹੀਂ ਹੈ, ਜਿੰਨਾ ਚਾਹੇ ਸਮਾਂ ਲਓ, ਪਰ ਸਿਰਫ ਅੱਜ ਰਾਤ ਤੋਂ ਬਾਅਦ
मैं तुहानू समा नहीं दे सकदा। शायद उस लई ये सब कहना आसान सी, पर मेरे लिए सुनना भी आसान नहीं सी। पर उस समय मैं इन्ना करजाई सी कि मेरा दिमाग काम नहीं कर रहा सी ते अपने दोस्त के सामने बैठा अपनी पत्नी बारे अजिहियां गल्लां सुन रहा सी जो कि किसी भी आदमी लिए सुननियां बहुत मुश्किल सन। जदों मेरे दोस्त ने मैनू इस तरह चुप देखा तो उसने कहा, आराम नाल कॉफ़ी पीओ, मैं इस कॉफ़ी का भुगतान करांगा, पैसों की चिंता ना करो। ये कह के वो थोड़ा जिहा मुस्कुराया। फिर उसने कहा कि तू इस बारे बहुत ज़्यादा सोच रहा है, हालांकि जिस वातावरण विच मैं रहिंदा हाँ उत्थे ये एक सधारण गल है, तू विश्वास नहीं करेगा, पर मेरे साथी अपनियां पत्नियां होटल के कमरिਆਂ ਵਿੱਚ खुद भेजते हैं। करोड़ों रुपए के कॉन्ट्रैक्ट इक्को रात विच ही साइन हो जाते हैं। तू भी अमीर बन जाएगा। मैं किसी तरह उस दियां गल्लां सुन रहा सी। मैनू नहीं पता सी कि लाचारी अते गरीबी भी किसी व्यक्ति नू समाज के किहो जे रंग दिखाउंदी है। सामने बैठा मेरा दोस्त मस्ती कर रहा सी ते कॉफ़ी पी रहा सी, पर मैं इंज बैठा सी जिवें मेरे शरीर विच जान ही ना रही होवे। मैनू याद आउण लगा कि मैं एक बार बड़े मान नाल कहा सी कि जिस आदमी विच कोई गैरत नहीं उसनू मर्द कहाउण दा कोई हक नहीं है। ते अज मैं अपनी पत्नी लई जो कुछ भी सुन रहा सी वो मेरे लिए भी मौत के बराबर सी। तुसी बहुत सारिया औरतों नू देखा होएगा जो अपनी मजबूरी कारण अपने आप नू दूजियां अगे पेश कर दिंदियां हन, पर शायद मैं पहला आदमी सी जिसने अपनी मजबूरी कारण अपनी पत्नी नू एक रात लई वेचण दा सौदा किया। मेरी पत्नी जो बहुत पवित्र सी, उसका दिन उदों तक शुरू नहीं हुंदा सी जदों तक वो सवेरे उठ के रब दा नां नहीं लेंदी सी। अज तक मेरे अलावा किसी ने उसनू हथ तक नहीं सी लाया, उसनू छूना तो दूर किसी ने उस वल तक्या भी नहीं सी। मैनू याद आउण लगा कि जदों भी असी किसी विआह जां पार्टी लई किते जाना हुंदा सी तां मेरी पत्नी निम्मो अपनी साड़ी नू बड़े सुचज्जे ढंग नाल लपेट लेंदी सी। हालांकि मैं उसनू कहंदा सी कि विआह विच सारियां औरतां इन्नी चंगी तरह तैयार होके आउंदियां हन, इन्ना मेकअप करदियां हन, पर तुसी सिर्फ सधारण ही जांदे हो अते इस तो इलावा तुसी अपने आप नू पूरी तरह ढक लैंदे हो। तू तां फिर भी बहुत सोहणी है। मैं भी चाहुंदा हां कि तुसी भी तैयार होके जाओ ताकि सारियां औरतां तुहानू देख सकन अते हैरान रह जाण के मनदीप दी पत्नी किन्नी खूबसूरत है। मैं चाहुंदा हां कि मेरी किस्मत ते मेरे दोस्त सड़ के सुआह हो जाण। मेरी गल सुन के वो मेरे गल विच बाहां पा के बड़े प्यार नाल कहंदी कि तुसी मेरे हो जनाब अते मेरी खूबसूरती सिर्फ तुहाडे लई है। मनदीप, मैं लोकां नू दिखा के इस नू जनतक नहीं करना चाहुंदी। मैं चाहुंदा हां कि तुहाडी अख तो सिवाय कोई होर अख मैनू वेखे भी ना। इंज जापदा सी जिवें निम्मो दे बोल अजे भी मेरे कन्नां विच गूंज रहे होण। मेरी अखां विचों उदासी दे हंझू निकल आए। मैं अपनी अजिही पवित्र पत्नी का सौदा करन जा रहा सी। नहीं नहीं, मैं ये स्वीकार नहीं कर सकता। अचानक मेरे दिल विचों एक आवाज़ आई जो मेरे बुल्लां तक भी पहुँच गई। मेरे दोस्त का कॉफ़ी का गिलास जो उसके बुल्लां कोल सी वापस हत्थ विच आ गया। वो मेरे वल देखदा ही रह गया। वो पल भर लई मेरे वल हैरानी भरियां नज़रां नाल देखण लगा। फिर कहा, कोई परेशानी नहीं है, लियाओ मेरे 1 करोड़ रुपए कढ़ दो। अपने दोस्त की यह बेरुखी देख के मेरिया अखां विचों हंझू बहन लग पए। भावें मैं कमज़ोर आदमी नहीं सी, पर मैं बहुत मजबूत सी। मैं जानदा सी कि अपनियां भावनावां ते किवें काबू करना है, पर हुण मैं टुट गया सी। मैं फिर अपने दोस्त नूं बेनती की कि मैनू कुछ होर समा दो, क्योंकि मैं एक रात विच इन्ने पैसों का इंतजाम नहीं कर सकता। उसने कहा कि मैं तेनू होर समा नहीं दे सकता, तेरे कोल सिर्फ अज रात का समा है। ਜਾਂ ਤਾਂ मेरी गल मन लै ਜਾਂ पैसे का इंतजाम कर। मैं उत्थों उठ के बाहर आ गया। भावें मौसम ठंडा सी, हवा ठंडी वग रही सी, पर मेरा दम घुट रहा सी। मेरा शरीर पसीने नाल भिज्या होया सी, साह लेना भी औखा लगदा सी। पता नहीं मैं अपने घर किवें पहुंचा। रात के 1 बज चुके सन। मैं दरवाज़ा खड़काया। अंदरों निम्मो की आवाज़ आई। मैं कहा, मैं हाँ, दरवाज़ा खोलो। अते उसने दरवाज़ा खोलिया। मेरे वल देख के उसने कहा कि तुसी कित्थे रह गए सी? मैं किन्ने चिर तो तुहाडा इंतजार कर रही हाँ। हुण मैं उसनूं किवें दस्सां कि मैं कित्थों आ रहा हाँ? मैं उसनूं कोई जवाब नहीं दिता अते चुपचाप मरे हुए कदमां नाल अपने कमरे विच जाण लगा।
ਨਿੰਮੋ ਮੇਰੇ ਕੋਲ ਆਈ ਤੇ ਕਿਹਾ, ਮਨਦੀਪ ਜਵਾਬ ਨਹੀਂ ਦਿੱਤਾ। ਮੈਂ ਕਿਹਾ ਕਿ ਮੇਰਾ ਸਰ ਦਰਦ ਕਰ ਰਿਹਾ ਹੈ। ਉਹ ਕਹਿਣ ਲੱਗੀ ਕਿ ਮਨਦੀਪ ਮੈਂ ਤੁਹਾਡੇ ਲਈ ਖਾਣਾ ਗਰਮ ਕਰ ਦਿਆਂ, ਤਾਂ ਮੈਂ ਰੱਬ ਦਾ ਨਾਂ ਲਿਆ। ਮੈਂ ਕਿਹਾ ਕਿ ਮੈਂ ਖਾਣਾ ਖਾ ਕੇ ਆਇਆ ਹਾਂ, ਪਰ ਮੈਂ ਅੱਜ ਸਵੇਰ ਤੋਂ ਹੀ ਖਾਣਾ ਨਹੀਂ ਖਾਧਾ ਸੀ। ਪਰ ਆਪਣੇ ਦੋਸਤ ਦੀ ਗੱਲ ਸੁਣ ਕੇ ਮੇਰੀ ਭੁੱਖ ਦੂਰ ਹੋ ਗਈ ਸੀ। ਕੁਝ ਖਾਣ ਨੂੰ ਮਨ ਨਹੀਂ ਕਰਦਾ ਸੀ। ਨਿੰਮੋ ਮੇਰੇ ਨੇੜੇ ਆ ਕੇ ਮੇਰੇ ਮੂੰਹ ਵੱਲ ਦੇਖਣ ਲੱਗੀ। ਉਸਨੇ ਕਿਹਾ, ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਮਨਦੀਪ ਮੈਨੂੰ ਪਤਾ ਹੈ ਕਿ ਤੁਸੀਂ ਕੁਝ ਨਹੀਂ ਖਾਧਾ ਅਤੇ ਮੈਂ ਵੀ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ। ਆਓ ਇਕੱਠੇ ਖਾਣਾ ਖਾਂਦੇ ਹਾਂ। ਇੱਕ ਗੱਲ ਸੀ ਨਿੰਮੋ ਦੀ, ਉਹ ਮੇਰੀਆਂ ਅੱਖਾਂ ਵਿੱਚ ਝਾਕ ਕੇ ਹੀ ਮੇਰੇ ਦਿਲ ਦਾ ਹਾਲ ਦੱਸ ਦਿੰਦੀ ਸੀ। ਜਾਂ ਪਤੀ ਪਤਨੀ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਜਿਸ ਲਈ ਸ਼ਬਦਾਂ ਦੀ ਕੋਈ ਲੋੜ ਨਹੀਂ ਹੁੰਦੀ। ਖੈਰ, ਉਹ ਖਾਣਾ ਗਰਮ ਕਰਕੇ ਲੈ ਆਈ। ਭੋਜਨ ਕੀ ਸੀ? ਖਾਣੇ ਦੇ ਨਾਂ 'ਤੇ ਸਿਰਫ ਹਰੀ ਮਿਰਚ, ਪਿਆਜ਼, ਲਸਣ ਦੀ ਚਟਣੀ ਅਤੇ ਪਾਣੀ ਵਾਲੀ ਦਾਲ ਅਤੇ ਸੁੱਕੀਆਂ ਰੋਟੀਆਂ ਸਨ। ਮੈਂ ਇੱਕ ਅੱਖ ਭੋਜਨ ਤੇ ਅਤੇ ਦੂਜੀ ਆਪਣੀ ਵਫਾਦਾਰ ਪਤਨੀ ਤੇ ਪਾਈ, ਜੋ ਹਰ ਮੁਸ਼ਕਲ, ਹਰ ਦੁੱਖ, ਹਰ ਮੁਸੀਬਤ ਵਿੱਚ ਬਹੁਤ ਧੀਰਜ ਨਾਲ ਅਤੇ ਚੁੱਪਚਾਪ ਰੱਬ ਦਾ ਧੰਨਵਾਦ ਕਰਦੀ ਰਹਿੰਦੀ ਤੇ ਹਮੇਸ਼ਾ ਮੇਰੇ ਨਾਲ ਖੜੀ ਰਹੀ। ਉਸਨੇ ਮੈਨੂੰ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਤੁਸੀਂ ਮੇਰੇ ਲਈ ਕੀ ਕੀਤਾ ਹੈ। ਮੈਂ ਉਸਦੇ ਚਿਹਰੇ ਤੇ ਉਹ ਸੁੰਦਰਤਾ ਵੇਖੀ ਹੈ ਜੋ ਅੱਜ ਤੱਕ ਸਿਰਫ ਮੇਰੀ ਸੀ। ਉਹ ਹਮੇਸ਼ਾ ਲਈ ਮੇਰੀ ਵਫਾਦਾਰ ਸੀ। ਜਦੋਂ ਨਿੰਮੋ ਨੇ ਮੈਨੂੰ ਚੁੱਪ ਬੈਠਾ ਦੇਖਿਆ, ਉਸਨੇ ਇੱਕ ਬੁਰਕੀ ਤੋੜੀ ਤੇ ਇਸ ਨੂੰ ਮੇਰੇ ਮੂੰਹ ਦੇ ਨੇੜੇ ਕਰ ਦਿੱਤਾ ਤੇ ਮੈਨੂੰ ਕਿਹਾ ਕਿ ਖਾਣਾ ਖਾਓ ਅਤੇ ਸਾਰੀਆਂ ਚਿੰਤਾਵਾਂ ਭੁੱਲ ਜਾਓ। ਮੈਂ ਉਸਦੇ ਹੱਥ ਵਿੱਚੋਂ ਇੱਕ ਬੁਰਕੀ ਲਈ ਤੇ ਫਿਰ ਆਪਣੇ ਮੂੰਹ ਵਿੱਚ ਪਾ ਲਈ। ਨਿੰਮੋ ਫਿਰ ਮੈਨੂੰ ਪੁੱਛਣ ਲੱਗੀ, ਦੱਸੋ ਤੁਹਾਡੇ ਦੋਸਤ ਨੇ ਕੀ ਕਿਹਾ? ਕੀ ਉਹ ਤੁਹਾਡੀ ਮਦਦ ਕਰਨਗੇ? ਮੇਰੇ ਦੋਸਤ ਕੋਲ ਜਾਣ ਤੋਂ ਪਹਿਲਾਂ ਮੈਂ ਨਿੰਮੋ ਨੂੰ ਦੱਸਿਆ ਸੀ ਕਿ ਮੇਰੇ ਦੋਸਤ ਨੇ ਮੈਨੂੰ ਬੁਲਾਇਆ ਸੀ। ਉਹ ਕਹਿ ਰਿਹਾ ਹੈ ਕਿ ਉਹ ਮੇਰੀ ਮਦਦ ਕਰੇਗਾ। ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਸਮੱਸਿਆ ਦਾ ਹੱਲ ਹੋ ਜਾਵੇ। ਪਰ ਮੇਰੇ ਦੋਸਤ ਨੇ ਜੋ ਸ਼ਰਤ ਰੱਖੀ ਸੀ ਮੈਂ ਉਹ ਪੂਰੀ ਨਹੀਂ ਕਰ ਸਕਿਆ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ। ਇਹ ਸੁਣ ਕੇ ਨਿੰਮੋ ਦੇ ਚਿਹਰੇ ਤੇ ਚਿੰਤਾ ਹੋਰ ਵੀ ਵੱਧ ਗਈ। ਉਹ ਮੈਨੂੰ ਚਿੰਤਾ ਨਾ ਕਰਨ ਦਾ ਭਰੋਸਾ ਦੇ ਰਹੀ ਸੀ। ਮੈਂ ਫੇਰ ਕਿਹਾ ਕਿ ਉਹ ਕੱਲ ਹੀ ਮੇਰੇ ਕੋਲ ਪੈਸੇ ਮੰਗ ਰਿਹਾ ਹੈ, ਮੈਂ ਇਹ ਕਿਵੇਂ ਦੇ ਸਕਦਾ ਹਾਂ? ਜਦੋਂ ਮੈਂ ਉਸਦਾ ਹੱਥ ਫੜ ਕੇ ਬੇਵਸੀ ਨਾਲ ਇਹ ਕਿਹਾ ਤਾਂ ਮੇਰੀ ਬੇਵਸੀ ਦੇਖ ਕੇ ਨਿੰਮੋ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਆਪਣੇ ਹੰਝੂਆਂ ਨੂੰ ਛੁਪਾਉਂਦੇ ਹੋਏ ਉਹ ਕਹਿਣ ਲੱਗੀ ਕਿ ਤੁਸੀਂ ਆਪਣੇ ਦੋਸਤੋਂ ਕੁਝ ਹੋਰ ਸਮਾਂ ਮੰਗੋ। ਮੇਰੇ ਕੋਲ ਗਹਿਣੇ ਆਦਿ ਸਨ, ਮੈਂ ਉਹ ਵੀ ਵੇਚ ਕੇ ਤੁਹਾਨੂੰ ਦੇ ਦਿੱਤੇ ਹਨ। ਹੁਣ ਮੇਰੇ ਕੋਲ ਵੀ ਵੇਚਣ ਲਈ ਕੁਝ ਨਹੀਂ ਬਚਿਆ। ਨਿੰਮੋ ਦੀਆਂ ਇਹਨਾਂ ਗੱਲਾਂ ਨੇ ਮੇਰੇ ਦਿਲ ਦੀ ਧੜਕਨ ਹੋਰ ਤੇਜ਼ ਕਰ ਦਿੱਤੀ ਸੀ। ਮੈਨੂੰ ਆਪਣਾ ਦੋਸਤ ਯਾਦ ਆਉਣ ਲੱਗਾ ਜੋ ਕਹਿ ਰਿਹਾ ਸੀ ਕਿ ਜਿਸ ਵਿਅਕਤੀ ਕੋਲ ਇੰਨੀ ਸੋਹਣੀ ਪਤਨੀ ਹੋਵੇ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਪਤਨੀ ਨਾਲ ਇੰਨਾ ਕੁਝ ਕਰ ਸਕਦੇ ਹੋ ਕਿ ਤੁਹਾਡਾ ਕਰਜ਼ਾ ਵੀ ਖਤਮ ਹੋ ਜਾਵੇਗਾ ਅਤੇ ਤੁਸੀਂ ਅਮੀਰ ਵੀ ਬਣ ਜਾਓਗੇ। ਮੈਨੂੰ ਮੇਰੇ ਦੋਸਤ ਦੇ ਇਹ ਸ਼ਬਦ ਸੁਣ ਕੇ ਬਹੁਤ ਬੁਰਾ ਲੱਗਾ। ਮੈਂ ਕਿਹਾ ਕਿ ਤੂੰ ਹੋਸ਼ ਵਿੱਚ ਤਾਂ ਹੈ? ਕੀ ਕਹਿ ਰਿਹਾ ਹੈ? ਤਾਂ ਉਸਨੇ ਕਿਹਾ ਕਿ ਮੈਂ ਬਿਲਕੁਲ ਹੋਸ਼ ਵਿੱਚ ਹਾਂ। ਮੈਂ ਉਸਨੂੰ ਕਿਹਾ, ਤੂੰ ਮੇਰੀ ਪਤਨੀ ਨੂੰ ਕਿੱਥੇ ਦੇਖਿਆ ਹੈ? ਇਹ ਸੁਣ ਕੇ ਉਹ ਹੱਸ ਪਿਆ ਤੇ ਕਹਿਣ ਲੱਗਾ ਕਿ ਦੇਖਣ ਵਾਲੇ ਦੇਖ ਹੀ ਲੈਂਦੇ ਹਨ, ਭਾਵੇਂ ਸਾਹਮਣੇ ਵਾਲਾ ਕਿੰਨਾ ਵੀ ਕਿਉਂ ਨਾ ਆਪਣੇ ਆਪ ਨੂੰ ਲੁਕਾ ਲਵੇ। ਤੂੰ ਅੰਬ ਖਾ, ਰੁੱਖ ਗਿਣ ਕੇ ਤੂੰ ਕੀ ਲੈਣਾ ਹੈ? ਤੂੰ ਇਹ ਛੱਡ ਕੇ ਮੈਂ ਤੇਰੀ ਪਤਨੀ ਨੂੰ ਕਿੱਥੇ ਦੇਖਿਆ ਹੈ? ਬਸ ਮੈਨੂੰ ਦੱਸ। ਜੇ ਤੂੰ ਇਹ ਸੌਦਾ ਕਰਨ ਲਈ ਰਾਜ਼ੀ ਹੈ ਤਾਂ ਜੋ ਮੈਂ ਪਾਰਟੀ ਨਾਲ ਅੱਗੇ ਗੱਲ ਕਰਾਂ। ਤੇਰੀ ਪਤਨੀ ਕੁਝ ਰਾਤਾਂ ਮੇਰੀ ਮਰਜ਼ੀ ਨਾਲ ਬਤੀਤ ਕਰੇਗੀ ਅਤੇ ਫਿਰ ਤੇਰਾ ਸਾਰਾ ਕਰਜ਼ਾ ਖਤਮ ਹੋ ਜਾਵੇਗਾ ਅਤੇ ਜਿਵੇਂ ਜਿਵੇਂ ਤੇਰੀ ਪਤਨੀ ਦੀ ਸੁੰਦਰਤਾ ਨਾਲ ਮੈਨੂੰ ਲਾਭ ਮਿਲੇਗਾ ਮੈਂ ਤੈਨੂੰ ਅਮੀਰ ਬਣਾਉਂਦਾ ਰਹਾਂਗਾ। ਮੈਂ ਹੈਰਾਨੀ ਨਾਲ ਉਸਦਾ ਚਿਹਰਾ ਦੇਖ ਰਿਹਾ ਸੀ ਕਿ ਉਹ ਕਿੰਨਾ ਬੇਸ਼ਰਮ ਬੰਦਾ ਹੈ। ਜੇ ਮੈਂ ਉਸਦਾ ਕਰਜ਼ਦਾਰ ਨਾ ਹੁੰਦਾ ਤਾਂ ਮੈਂ ਜ਼ਰੂਰ ਉਸਦਾ ਮੂੰਹ ਤੋੜ ਦਿੰਦਾ। ਜੇ ਕਿਸੇ ਨੇ ਪੈਸੇ ਲੈਣੇ ਹੁੰਦੇ ਹਨ ਤਾਂ ਉਹ ਜੋ ਜੀ ਕਰਦਾ ਹੈ ਬੋਲਦਾ ਹੈ। ਰਾਤ ਨੂੰ ਇਹ ਸੋਚਦਾ ਮੈਂ ਕਦੋਂ ਸੋ ਗਿਆ ਪਤਾ ਹੀ ਨਹੀਂ ਲੱਗਾ। ਪਰ ਸਵੇਰੇ ਕਿਸੇ ਨੇ ਜ਼ੋਰ ਨਾਲ ਗੇਟ ਖੜਕਾਇਆ। ਮੈਂ ਅਚਾਨਕ ਉੱਠ ਕੇ ਬੈਠ ਗਿਆ। ਮੈਂ ਤੁਰੰਤ ਕਮਰੇ ਤੋਂ ਬਾਹਰ ਆ ਗਿਆ। ਜਦੋਂ ਮੈਂ ਮੇਨ ਗੇਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰਾ ਦੋਸਤ ਪੁਲਿਸ ਨਾਲ ਖੜਾ ਸੀ। ਪੁਲਿਸ ਅਧਿਕਾਰੀ ਮੈਨੂੰ ਗ੍ਰਿਫਤਾਰ ਕਰਨ ਆਏ ਸਨ। ਮੇਰਾ ਦੋਸਤ ਅਧਿਕਾਰੀ ਨੂੰ ਕਹਿਣ ਲੱਗਾ ਕਿ ਇਸ ਵਿਅਕਤੀ ਨੇ ਹੀ ਮੇਰੇ ਪੈਸੇ ਦੇਣੇ ਹਨ, ਪਰ ਉਸਨੇ ਅੱਜ ਤੱਕ ਮੇਰੇ ਪੈਸੇ ਨਹੀਂ ਦਿੱਤੇ। ਇਹ ਦਿਵਾਲੀਆ ਹੋ ਗਿਆ ਹੈ। ਉਸ ਕੋਲ ਇੱਕ ਪੈਸਾ ਵੀ ਨਹੀਂ ਹੈ। ਮੈਂ ਇਸ ਨੂੰ ਸਮਾਂ ਦੇ ਕੇ ਥੱਕ ਗਿਆ ਹਾਂ, ਪਰ ਹੁਣ ਹੋਰ ਸਮਾਂ ਨਹੀਂ ਦੇ ਸਕਦਾ। ਇਸ ਲਈ ਉਸ ਨੂੰ ਜੇਲ੍ਹ ਵਿੱਚ ਪਾ ਦਿਓ। ਅਫਸਰ ਦੇ ਹੱਥਕੜੀ ਲਾਉਣ ਤੋਂ ਪਹਿਲਾਂ ਨਿੰਮੋ ਸ਼ਾਇਦ ਗੇਟ ਤੋਂ ਮੈਨੂੰ ਦੇਖ ਰਹੀ ਸੀ। ਉਸਨੇ ਕਿਹਾ, ਰੱਬ ਦਾ ਵਾਸਤਾ ਮੇਰੇ ਪਤੀ ਨੂੰ ਨਾ ਲੈ ਜਾਓ। ਅਸੀਂ ਉਸਦੇ ਸਾਰੇ ਪੈਸੇ ਵਾਪਸ ਕਰ ਦੇਵਾਂਗੇ। ਬਸ ਸਾਨੂੰ ਥੋੜਾ ਸਮਾਂ ਦਿਓ।
ਅਸੀਂ ਉਹਨਾਂ ਨੂੰ ਇੱਕ ਇੱਕ ਪੈਸਾ ਵਾਪਸ ਕਰਾਂਗੇ। ਇਹ ਸੁਣ ਕੇ ਮੇਰਾ ਦੋਸਤ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ, ਮੈਂ ਤਾਂ ਤੁਹਾਡੇ ਪਤੀ ਨੂੰ ਮੌਕਾ ਦਿੱਤਾ ਹੈ, ਪਰ ਤੇਰੇ ਪਤੀ ਨੂੰ ਮਨਜ਼ੂਰ ਨਹੀਂ। ਫਿਰ ਉਸਨੇ ਕਿਹਾ ਕਿ ਉਹ ਪੈਸੇ ਦੇਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ, ਅਤੇ ਜੇਕਰ ਉਸ ਕੋਲ ਕੁਝ ਵੀ ਨਹੀਂ ਹੈ ਤਾਂ ਉਹ ਪੈਸੇ ਕਿਵੇਂ ਅਦਾ ਕਰੇਗਾ, ਪਰ ਤੁਸੀਂ ਮੇਰਾ ਕਰਜ਼ਾ ਮੋੜ ਸਕਦੇ ਹੋ। ਉਸਨੇ ਨਿੰਮੋ ਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਤੇ ਕਿਹਾ, ਮੈਨੂੰ ਦੱਸੋ ਕੀ ਤੁਸੀਂ ਮੇਰਾ ਕਰਜ਼ਾ ਚੁਕਾ ਸਕੋਗੇ? ਨਿੰਮੋ ਕਹਿਣ ਲੱਗੀ ਕਿ ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਹਾਂ, ਮੈਂ ਹਰ ਮਹੀਨੇ ਜੋ ਵੀ ਰਕਮ ਜਮ੍ਹਾਂ ਕਰਾਂਗੀ ਉਹ ਮੈਂ ਤੁਹਾਨੂੰ ਦੇ ਦੇਵਾਂਗੀ। ਇਹ ਸੁਣ ਕੇ ਮੇਰਾ ਦੋਸਤ ਹੱਸਣ ਲੱਗਾ ਅਤੇ ਕਿਹਾ, ਮੈਡਮ ਤੁਹਾਡੇ ਪਤੀ ਨੇ 1 ਕਰੋੜ ਰੁਪਏ ਦੇਣੇ ਹਨ, 1000 ਨਹੀਂ। ਫਿਰ ਉਸਨੇ ਇੰਸਪੈਕਟਰ ਨੂੰ ਕਿਹਾ ਕਿ ਸਾਰਿਆਂ ਨੂੰ ਜੇਲ੍ਹ ਵਿੱਚ ਪਾਓ। ਇਹ ਸੁਣਦੇ ਹੀ ਮੇਰੀ ਪਤਨੀ ਮੇਰੇ ਦੋਸਤ ਦੀਆਂ ਮਿੰਨਤਾਂ ਕਰਨ ਲੱਗੀ ਕਿ ਰੱਬ ਦੀ ਖਾਤਰ ਮੇਰੇ ਪਤੀ ਨੂੰ ਗ੍ਰਿਫਤਾਰ ਨਾ ਕਰੋ। ਮੇਰੇ ਦੋਸਤ ਨੇ ਕਿਹਾ, ਠੀਕ ਹੈ, ਜੇਕਰ ਤੁਹਾਡਾ ਪਤੀ ਮੇਰੀ ਸ਼ਰਤ ਮੰਨਦਾ ਹੈ ਤਾਂ ਮੈਂ ਇਸ ਨੂੰ ਛੱਡ ਦੇਵਾਂਗਾ। ਨਿੰਮੋ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਉਹਨਾਂ ਦੀਆਂ ਸ਼ਰਤਾਂ ਕਿਉਂ ਨਹੀਂ ਮੰਨਦੇ? ਮੈਂ ਕਿਹਾ, ਨਿੰਮੋ ਤੁਹਾਨੂੰ ਕੁਝ ਨਹੀਂ ਪਤਾ, ਮੈਂ ਉਸ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰ ਸਕਦਾ। ਤੁਸੀਂ ਅੰਦਰ ਜਾਓ, ਮੈਂ ਸਖਤ ਸ਼ਬਦਾਂ ਵਿੱਚ ਕਿਹਾ। ਪਰ ਨਿੰਮੋ ਸ਼ਾਇਦ ਮੇਰੀ ਗ੍ਰਿਫਤਾਰੀ ਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ। ਉਹ ਕਹਿਣ ਲੱਗੀ, ਭਾਈ ਸਾਹਿਬ ਮੈਂ ਮਨਦੀਪ ਨੂੰ ਮਨਾ ਲਵਾਂਗੀ ਕਿ ਉਹ ਤੁਹਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੇਗਾ, ਪਰ ਰੱਬ ਦਾ ਵਾਸਤਾ ਉਸ ਨੂੰ ਪੁਲਿਸ ਦੇ ਹਵਾਲੇ ਨਾ ਕਰੋ। ਜਦੋਂ ਮੇਰੇ ਦੋਸਤ ਨੇ ਪੁਲਿਸ ਵਾਲਿਆਂ ਨੂੰ ਇਸ਼ਾਰਾ ਕੀਤਾ ਤਾਂ ਉਹ ਵਾਪਸ ਚਲੇ ਗਏ। ਮੈਂ ਅਤੇ ਨਿੰਮੋ ਘਰ ਵਿੱਚ ਵੜ ਗਏ। ਮੇਰਾ ਦੋਸਤ ਵੀ ਸਾਡੇ ਪਿੱਛੇ ਪਿੱਛੇ ਆ ਗਿਆ ਅਤੇ ਉਹ ਪਿੱਛੇ ਪਿੱਛੇ ਆ ਕੇ ਉਹ ਮੇਰੇ ਨਾਲ ਗੱਲ ਕਰਨ ਦੀ ਬਜਾਏ ਨਿੰਮੋ ਨਾਲ ਸਿੱਧੀ ਗੱਲ ਕਰਨ ਲੱਗਾ। ਮੈਂ ਮਨਦੀਪ ਨੂੰ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਅਸੀਂ ਕੋਈ ਵਿਚਕਾਰਲਾ ਰਸਤਾ ਲੱਭ ਲਿਆ ਤੇ ਤੂੰ ਮੰਨ ਗਿਆ ਤਾਂ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ। ਗੱਲ ਇਹ ਸੀ ਕਿ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਮੈਂ ਪੈਸੇ ਦੀ ਖਾਤਰ ਬਹੁਤ ਬੁਰੀ ਕਿਸਮ ਦਾ ਵਿਅਕਤੀ ਹਾਂ, ਮੈਂ ਆਪਣਾ ਕੋਈ ਨੁਕਸਾਨ ਨਹੀਂ ਕਰ ਸਕਦਾ। ਉਹ ਬੜੀ ਸ਼ੈਤਾਨੀ ਮੁਸਕਰਾਹਟ ਨਾਲ ਆਪਣੀ ਭੈੜੀ ਆਦਤ ਦੀ ਤਾਰੀਫ ਕਰ ਰਿਹਾ ਸੀ। ਮੇਰੇ ਦੋਸਤ ਦੀ ਗੱਲ ਸੁਣ ਕੇ ਨਿੰਮੋ ਨੇ ਕਿਹਾ, ਮੈਨੂੰ ਦੱਸੋ ਤੁਸੀਂ ਮਨਦੀਪ ਨੂੰ ਕੀ ਕਰਨ ਲਈ ਕਿਹਾ ਹੈ? ਮੇਰਾ ਦੋਸਤ ਕਮੀਨੀ ਹਾਸੀ ਹੱਸਦੇ ਹੋਏ ਬੇਸ਼ਰਮੀ ਭਰੀਆਂ ਨਜ਼ਰਾਂ ਨਾਲ ਨਿੰਮੋ ਨੂੰ ਸਿਰ ਤੋਂ ਪੈਰਾਂ ਤੱਕ ਦੇਖਣ ਲੱਗਾ। ਮੈਨੂੰ ਲੱਗਿਆ ਜਿਵੇਂ ਮੇਰੀ ਰਗਾਂ ਵਿੱਚ ਲਹੂ ਦੀ ਥਾਂ ਅੱਗ ਦੌੜਨ ਲੱਗੀ ਹੋਈ। ਬੜੀ ਮੁਸ਼ਕਲ ਨਾਲ ਮੈਂ ਆਪਣੇ ਆਪ ਤੇ ਕਾਬੂ ਪਾ ਸਕਿਆ। ਕਹਿਣ ਲੱਗਾ ਕਿ ਮਨਦੀਪ ਨੇ ਤੁਹਾਨੂੰ ਨਹੀਂ ਦੱਸਿਆ ਕਿ ਮੈਂ ਮਨਦੀਪ ਨੂੰ ਕਿਹੜੀ ਸ਼ਰਤ ਦੱਸੀ ਹੈ? ਨਿੰਮੋ ਨੇ ਨਾ ਵਿੱਚ ਸਿਰ ਹਿਲਾਇਆ। ਮੇਰੇ ਦੋਸਤ ਨੇ ਕਿਹਾ, ਦੇਖੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਸ ਦਾ ਕਰਜ਼ਾ ਮਾਫ ਕੀਤਾ ਜਾਵੇ ਤਾਂ ਮੈਂ ਉਸ ਨੂੰ ਕਰਜ਼ੇ ਤੋਂ ਮੁਕਤ ਕਰ ਦਿਆਂਗਾ ਤੇ ਉਸ ਨੂੰ ਪੈਸੇ ਵੀ ਦੇਵਾਂਗਾ ਤਾਂ ਜੋ ਆਪਣਾ ਕਾਰੋਬਾਰ ਵੀ ਵਧਾ ਸਕੇ, ਪਰ ਇਸ ਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ। ਇਹ ਕਹਿ ਕੇ ਉਹ ਨਿੰਮੋ ਦੇ ਨੇੜੇ ਹੋਣ ਲੱਗਾ, ਪਰ ਮੈਂ ਵਿਚਕਾਰ ਆ ਗਿਆ। ਮੈਂ ਆਪਣੇ ਦੋਸਤ ਨੂੰ ਇੱਕ ਹੱਥ ਨਾਲ ਪਿੱਛੇ ਤੱਕਿਆ ਅਤੇ ਬੜੇ ਗੁੱਸੇ ਵਿੱਚ ਕਿਹਾ ਕਿ ਮੇਰੀ ਪਤਨੀ ਅਜਿਹਾ ਕੁਝ ਨਹੀਂ ਕਰੇਗੀ। ਤੂੰ ਇੱਥੋਂ ਜਾ, ਜੋ ਮਰਜ਼ੀ ਕਰ, ਮੈਨੂੰ ਪੁਲਿਸ ਕੋਲ ਫੜਾ ਜਾਂ ਫਾਂਸੀ ਦੇ ਦੇ। ਮੇਰੀ ਗੱਲ ਸੁਣ ਕੇ ਨਿੰਮੋ ਰੋਣ ਲੱਗ ਪਈ। ਮਨਦੀਪ ਜੇ ਤੁਸੀਂ ਹੋ ਤਾਂ ਮੈਂ ਹਾਂ, ਮੈਨੂੰ ਪੁੱਛਣ ਦਿਓ ਕਿ ਉਹ ਕੀ ਕੰਮ ਕਰਵਾਉਣਾ ਚਾਹੁੰਦੇ ਹਨ। ਮੈਂ ਕਿਹਾ ਕਿ ਤੁਸੀਂ ਨਹੀਂ ਜਾਣਦੇ, ਉਹ ਜੋ ਕਰਵਾਉਣਾ ਚਾਹੁੰਦਾ ਹੈ ਮੈਂ ਤੁਹਾਨੂੰ ਉਹ ਕਦੇ ਨਹੀਂ ਕਰਨ ਦੇਵਾਂਗਾ। ਪਰ ਨਿੰਮੋ ਕਹਿਣ ਲੱਗੀ ਕਿ ਮੈਂ ਵੀ ਬੇਵਸ ਹਾਂ, ਮੈਂ ਤੈਨੂੰ ਕਦੇ ਵੀ ਸਲਾਖਾਂ ਪਿੱਛੇ ਨਹੀਂ ਦੇਖ ਸਕਦੀ। ਅਤੇ ਫਿਰ ਜਦੋਂ ਨਿੰਮੋ ਨੇ ਮੇਰੇ ਦੋਸਤ ਤੋਂ ਸ਼ਰਤ ਬਾਰੇ ਪੁੱਛਿਆ ਤਾਂ ਉਸਨੇ ਆਪਣੀ ਘਟੀਆ ਸ਼ਰਤ ਨਿੰਮੋ ਦੇ ਸਾਹਮਣੇ ਰੱਖ ਦਿੱਤੀ। ਕੁਝ ਪਲਾਂ ਲਈ ਉਹ ਹੈਰਾਨੀ ਨਾਲ ਮੇਰੇ ਦੋਸਤ ਵੱਲ ਦੇਖਣ ਲੱਗੀ। ਇਸ ਤੋਂ ਬਾਅਦ ਉਸਨੇ ਮੇਰੇ ਵੱਲ ਇੱਕ ਨਜ਼ਰ ਮਾਰੀ। ਮੈਂ ਇਸ ਤਰ੍ਹਾਂ ਖੜਾ ਸੀ ਜਿਵੇਂ ਜ਼ਮੀਨ ਫਟ ਜਾਵੇਗੀ ਤੇ ਮੈਂ ਉਸ ਵਿੱਚ ਸਮਾ ਜਾਵਾਂਗਾ। ਮੈਂ ਨਿੰਮੋ ਤੋਂ ਨਜ਼ਰਾਂ ਚੁਰਾਉਣ ਲੱਗਾ। ਇਸ ਤੋਂ ਬਾਅਦ ਨਿੰਮੋ ਤੁਰੰਤ ਕਮਰੇ ਵਿੱਚ ਚਲੀ ਗਈ। ਮੇਰੇ ਦੋਸਤ ਨੇ ਕਿਹਾ, ਜੇਕਰ ਤੇਰੀ ਪਤਨੀ ਮੰਨਦੀ ਹੈ ਤਾਂ ਮੈਨੂੰ ਦੱਸ ਦਿਓ, ਨਹੀਂ ਤਾਂ ਮੈਂ ਪੁਲਿਸ ਲੈ ਆਵਾਂਗਾ। ਇਹ ਕਹਿ ਕੇ ਉਹ ਘਰੋਂ ਚਲਾ ਗਿਆ। ਮੈਂ ਕਮਰੇ ਵਿੱਚ ਨਹੀਂ ਗਿਆ। ਮੈਂ ਕਮਰੇ ਵਿੱਚ ਕਿਸ ਮੂੰਹ ਨਾਲ ਜਾਂਦਾ? 2 ਘੰਟੇ ਬੀਤਣ ਤੋਂ ਬਾਅਦ ਵੀ ਉਹ ਕਮਰੇ ਤੋਂ ਬਾਹਰ ਨਹੀਂ ਆਈ। ਜਦੋਂ ਉਹ 2 ਘੰਟੇ ਬਾਅਦ ਬਾਹਰ ਆਈ ਤਾਂ ਰੋ ਰੋ ਕੇ ਉਸ ਦੀਆਂ ਅੱਖਾਂ ਸੁੱਜ ਗਈਆਂ ਸਨ। ਉਹ ਮੇਰੇ ਕੋਲ ਆ ਕੇ ਬੈਠ ਗਈ ਅਤੇ ਕਿਹਾ ਕਿ ਤੁਸੀਂ ਆਪਣੇ ਦੋਸਤ ਨੂੰ ਹਾਂ ਕਹਿ ਦਿਓ। ਮੈਂ ਇਸ ਨੂੰ ਦੁੱਖ ਨਾਲ ਸੁਣਿਆ। ਮੈਨੂੰ ਨਿੰਮੋ ਤੋਂ ਇਸ ਜਵਾਬ ਦੀ ਬਿਲਕੁਲ ਉਮੀਦ ਨਹੀਂ ਸੀ। ਮੈਂ ਕਿਹਾ, ਮੈਂ ਨਹੀਂ, ਮੈਂ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ। ਮੇਰੇ ਤੋਂ ਅਜਿਹਾ ਇਮਤਿਹਾਨ ਨਾ ਲਓ ਜੋ ਮੈਂ ਦੇਣ ਲਈ ਮਜਬੂਰ ਹਾਂ। ਨਿੰਮੋ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੁਹਾਨੂੰ ਜੇਲ੍ਹ ਜਾਂਦੇ ਨਹੀਂ ਦੇਖ ਸਕਦੀ, ਅਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜੇਲ੍ਹ ਚਲੇ ਗਏ ਤਾਂ ਮੇਰਾ ਕੀ ਹੋਵੇਗਾ? ਕੀ ਮੈਂ ਘਰ ਵਿੱਚ ਇਕੱਲੀ ਸੁਰੱਖਿਅਤ ਹੋਵਾਂਗੀ? ਨਿੰਮੋ ਸਹੀ ਸੀ। ਜੇ ਮੈਂ ਜੇਲ੍ਹ ਗਿਆ ਹੁੰਦਾ ਤਾਂ ਪਿੱਛੇ ਤੋਂ ਕੋਈ ਵੀ ਉਸ ਨਾਲ ਕੁਝ ਵੀ ਕਰ ਸਕਦਾ ਸੀ। ਉਹ ਆਪਣਾ ਬਚਾਅ ਕਿਵੇਂ ਕਰ ਸਕਦੀ ਸੀ? ਪਰ ਫਿਰ ਵੀ ਮੇਰਾ ਦਿਲ
ਇਸ ਗੱਲ ਨਾਲ ਸਹਿਮਤ ਨਹੀਂ ਸੀ ਕਿ ਕਿਵੇਂ ਮੈਂ ਆਪਣੀ ਪਤਨੀ ਨੂੰ ਆਪਣੇ ਸਾਹਮਣੇ ਇਸ ਪਾਪ ਦੇ ਦਲਦਲ ਵਿੱਚ ਧੱਕਾ ਦਿੰਦਾ, ਪਰ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਆਪਣੀ ਗੈਰਤ ਭੁੱਲ ਗਿਆ ਤੇ ਇੱਕ ਗੈਰਤਮੰਦ ਬੰਦੇ ਲਈ ਇਹ ਬਹੁਤ ਔਖਾ ਕੰਮ ਹੈ। ਮੈਂ ਆਪਣੇ ਦੋਸਤ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ। ਇਹ ਸੁਣ ਕੇ ਉਸ ਦਾ ਜ਼ੋਰਦਾਰ ਹਾਸਾ ਸੱਪ ਵਾਂਗ ਮੇਰੇ ਸੀਨੇ ਵਿੱਚ ਡਸ ਗਿਆ। ਉਸਨੇ ਕਿਹਾ ਕਿ ਅਸੀਂ ਸਮੇਂ ਸਿਰ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਲਿਆ ਹੈ ਅਤੇ ਫਿਰ ਅਗਲੇ ਹੀ ਦਿਨ ਉਸਨੇ ਆਪਣੇ ਡਰਾਈਵਰ ਨਾਲ ਇੱਕ ਸੁੰਦਰ ਨੈਟ ਵਾਲੀ ਫੈਸ਼ਨੇਬਲ ਸਾੜੀ ਭੇਜੀ। ਨਿੰਮੋ ਨੇ ਅਜਿਹੀ ਸਾੜੀ ਕਦੇ ਨਹੀਂ ਪਹਿਨੀ ਸੀ। ਉਸਨੇ ਆਪਣੇ ਡਰਾਈਵਰ ਨੂੰ ਨਿੰਮੋ ਨੂੰ ਸਾੜੀ ਪਾ ਕੇ ਹੋਟਲ ਦੇ ਕਮਰੇ ਵਿੱਚ ਆਉਣ ਲਈ ਕਿਹਾ। ਉਸਨੇ ਕਾਲੇ ਰੰਗ ਦੀ ਸਾੜੀ ਪਾਈ ਹੋਈ ਸੀ ਅਤੇ ਪਹਿਲੀ ਵਾਰ ਉਹ ਆਪਣਾ ਜਿਸਮ ਦਿਖਾ ਰਹੀ ਸੀ। ਮੈਂ ਆਪਣੀ ਨਿਗਾਹ ਟਾਲ ਲਈ। ਤਿਆਰ ਹੋਣ ਵੇਲੇ ਵੀ ਨਿੰਮੋ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਨਿੰਮੋ ਹੰਝੂ ਵਹਾਉਂਦੇ ਹੋਏ ਤੁਰਨ ਦੇ ਯੋਗ ਨਹੀਂ ਸੀ। ਨਿੰਮੋ ਦੀ ਹਾਲਤ ਦੇਖ ਕੇ ਮੇਰਾ ਖੂਨ ਖੋਲ ਰਿਹਾ ਸੀ, ਇਸ ਲਈ ਮੈਂ ਵੀ ਹੋਟਲ ਵੱਲ ਭੱਜਿਆ। ਇਸ ਸਮੇਂ ਮੇਰੇ ਕੋਲ ਵੀ ਪੈਸੇ ਸਨ, ਕਿਉਂਕਿ ਮੇਰੇ ਦੋਸਤ ਨੇ ਮੈਨੂੰ ਐਡਵਾਂਸ ਵਿੱਚ ਕੁਝ ਪੈਸੇ ਦਿੱਤੇ ਸਨ ਅਤੇ ਫਿਰ ਉਹਨਾਂ ਹੀ ਪੈਸਿਆਂ ਨਾਲ ਮੈਂ ਆਪਣੇ ਦੋਸਤ ਦੇ ਬਰਾਬਰ ਇੱਕ ਕਮਰਾ ਲੈ ਲਿਆ ਅਤੇ ਜਦੋਂ ਮੈਂ ਲੁੱਕ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਮੇਰੀ ਪਤਨੀ ਮੇਰੇ ਦੋਸਤ ਦੀਆਂ ਬਾਹਾਂ ਵਿੱਚ ਬੈਠੀ ਉੱਚੀ ਉੱਚੀ ਹੱਸ ਰਹੀ ਸੀ। ਗੱਲ ਕਰਦੇ ਹੋਏ ਉਹ ਕਹਿ ਰਹੀ ਸੀ ਕਿ ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ ਦੁਬਾਰਾ ਕਦੇ ਨਹੀਂ ਮਿਲ ਸਕਾਂਗੀ, ਕਿਉਂਕਿ ਮਨਦੀਪ ਬਹੁਤ ਇੱਜ਼ਤਦਾਰ ਵਿਅਕਤੀ ਹੈ। ਇਸ ਲਈ ਮੈਨੂੰ ਵੀ ਸ਼ਰੀਫ ਹੋਣ ਦਾ ਦਿਖਾਵਾ ਕਰਨਾ ਪੈਂਦਾ ਸੀ, ਕਿਤੇ ਉਸ ਨੂੰ ਮੇਰੇ ਤੇ ਸ਼ੱਕ ਨਾ ਹੋ ਜਾਵੇ। ਮੇਰੇ ਦੋਸਤ ਨੇ ਕਿਹਾ, ਦੇਖਿਆ ਮੇਰੀ ਅਕਲ ਦਾ ਕਮਾਲ, ਮੈਂ ਉਸਦੇ ਸਾਰੇ ਪੈਸੇ ਹੜਪ ਲਏ ਅਤੇ ਉਸਦੀ ਪਤਨੀ ਵੀ। ਮੇਰੇ ਦੋਸਤ ਨੇ ਮੇਰੀ ਪਤਨੀ ਦੇ ਵਾਲਾਂ ਨੂੰ ਠੀਕ ਕਰਦੇ ਹੋਏ ਕਿਹਾ ਕਿ ਉਹ ਬੇਵਕੂਫ ਸੀ ਜੋ ਸੋਚਦਾ ਸੀ ਕਿ ਉਸ ਨੂੰ ਨੁਕਸਾਨ ਹੋਇਆ ਹੈ, ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੈ। ਮੈਨੂੰ ਯਾਦ ਆਉਣ ਲੱਗਾ ਕਿ ਜਦੋਂ ਮੇਰਾ ਦੋਸਤ ਮੇਰੇ ਨਾਲ ਪਾਰਟਨਰਸ਼ਿਪ ਤੇ ਕੰਮ ਕਰਨ ਆਇਆ ਸੀ ਤਾਂ ਮੇਰੇ ਕੋਲ ਚੰਗੀ ਰਕਮ ਸੀ, ਫੈਕਟਰੀ ਉਸਦੀ ਸੀ, ਪਰ ਪੈਸੇ ਮੈਂ ਖਰਚ ਕੀਤੇ ਸਨ। ਅਸੀਂ ਲੱਖਾਂ ਰੁਪਏ ਦਾ ਕੱਪੜਾ ਖਰੀਦ ਕੇ ਫੈਕਟਰੀ ਦੇ ਗੋਦਾਮ ਵਿੱਚ ਰੱਖਿਆ ਸੀ ਤਾਂ ਜੋ ਜਲਦੀ ਤੋਂ ਜਲਦੀ ਵੇਚ ਕੇ ਮੁਨਾਫਾ ਕਮਾ ਸਕੀਏ। ਮੇਰੇ ਦੋਸਤ ਨੇ ਮੈਨੂੰ ਵੱਡੇ ਵੱਡੇ ਸੁਪਨੇ ਦਿਖਾਏ ਸਨ, ਪਰ ਇੱਕ ਰਾਤ ਮੈਂ ਸੋ ਰਿਹਾ ਸੀ, ਉਦੋਂ ਹੀ ਉਸਦਾ ਕਾਲ ਆ ਗਿਆ ਤੇ ਕਹਿਣ ਲੱਗਾ, ਮਨਦੀਪ ਜਲਦੀ ਆ ਜਾਓ, ਫੈਕਟਰੀ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ, ਜਲਦੀ ਪਹੁੰਚੋ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਰਾ ਗੋਦਾਮ ਅੱਗ ਦੀ ਲਪੇਟ ਵਿੱਚ ਸੀ। ਫਾਇਰ ਬ੍ਰਿਗੇਡ ਅੱਗ ਬੁਝਾ ਰਹੀ ਸੀ। ਮੇਰਾ ਦੋਸਤ ਰੋਂਦਾ ਹੋਇਆ ਮੇਰੇ ਕੋਲ ਆਇਆ ਤੇ ਕਿਹਾ ਕਿ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ, ਤੁਸੀਂ ਦਿਵਾਲੀਆ ਹੋ ਗਏ ਹੋ, ਸਾਰਾ ਮਾਲ ਤੇਰੇ ਪੈਸਿਆਂ ਦਾ ਸੀ, ਤੂੰ ਸੜਕ ਤੇ ਆ ਗਿਆ ਹੈ। ਉਸ ਵੇਲੇ ਮੇਰੀ ਹਾਲਤ ਇਹ ਸੀ ਕਿ ਮੈਂ ਬੇਹੋਸ਼ ਹੋ ਕੇ ਡਿੱਗ ਪੈਂਦਾ। ਉਦੋਂ ਹੀ ਮੇਰੀ ਛਾਤੀ ਵਿੱਚ ਦਰਦ ਹੋਇਆ। ਮੇਰਾ ਦੋਸਤ ਮੈਨੂੰ ਹਸਪਤਾਲ ਲੈ ਗਿਆ। ਮੈਂ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ। ਜਦੋਂ ਮੈਨੂੰ ਹੋਸ਼ ਆਇਆ ਤਾਂ ਨਿੰਮੋ ਮੇਰੇ ਕੋਲ ਬੈਠ ਕੇ ਰੋ ਰਹੀ ਸੀ। ਉਸਨੇ ਰੋਂਦੇ ਹੋਏ ਮੈਨੂੰ ਦੱਸਿਆ ਕਿ ਮੈਂ ਆਪਣੇ ਗਹਿਣੇ ਵੇਚ ਕੇ ਤੁਹਾਡੇ ਹਸਪਤਾਲ ਦਾ ਬਿੱਲ ਭਰ ਦਿੱਤਾ ਹੈ, ਹੁਣ ਸਭ ਠੀਕ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਦਾ, ਮੇਰਾ ਦੋਸਤ ਮੈਨੂੰ ਮਿਲਣ ਲਈ ਮੇਰੇ ਘਰ ਆ ਗਿਆ। ਉਸਨੇ ਕਿਹਾ ਕਿ ਜੋ ਸਮਾਨ ਸੜ ਕੇ ਸਵਾਹ ਹੋ ਗਿਆ ਸੀ, ਉਸ ਤੋਂ ਇਲਾਵਾ 1 ਕਰੋੜ ਰੁਪਏ ਦਾ ਸਮਾਨ ਵੀ ਉਧਾਰ ਲਿਆ ਹੋਇਆ ਸੀ ਤਾਂ ਜੋ ਅਸੀਂ ਪਾਰਟੀ ਦੇ ਹੁਕਮਾਂ ਨੂੰ ਪੂਰਾ ਕਰ ਸਕੀਏ, ਅਤੇ ਇਹ ਸਮਾਨ ਵੀ ਸੜ ਗਿਆ ਹੈ। ਹੁਣ ਜਿਸ ਵਿਅਕਤੀ ਤੋਂ ਅਸੀਂ ਪੈਸੇ ਲਏ ਹਨ ਉਹ ਆਪਣੇ ਪੈਸੇ ਦੀ ਮੰਗ ਕਰ ਰਿਹਾ ਹੈ। ਮੈਂ ਕਿਹਾ, ਇੰਨੀ ਵੱਡੀ ਰਕਮ ਕਿੱਥੋਂ ਲਿਆਵਾਂਗਾ? ਉਹ ਕਹਿਣ ਲੱਗਾ ਕਿ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ, ਕਿਉਂਕਿ ਇਹ ਨੁਕਸਾਨ ਤੁਹਾਡਾ ਹੈ। ਮੇਰਾ ਦੋਸਤ ਤੇ ਮੇਰੀ ਪਤਨੀ ਮਿਲ ਕੇ ਮੇਰੇ ਨਾਲ ਧੋਖਾ ਕਰ ਰਹੇ ਸਨ। ਮੇਰਾ ਦੋਸਤ ਆਪਣੇ ਮੂੰਹ ਨਾਲ ਇਹ ਗੱਲ ਮੰਨ ਰਿਹਾ ਸੀ ਕਿ ਉਸਨੇ ਫੈਕਟਰੀ 'ਚੋਂ ਸਮਾਨ ਕਢਵਾ ਲਿਆ ਸੀ ਅਤੇ ਫੈਕਟਰੀ 'ਚ ਜੋ ਸਮਾਨ ਸੜ ਗਿਆ ਸੀ ਉਹ ਖਰਾਬ ਸਮਾਨ ਸੀ। ਉਸਨੇ ਇਹ ਸਭ ਮੈਨੂੰ ਫਸਾਉਣ ਲਈ ਕੀਤਾ ਤਾਂ ਜੋ ਉਹ ਮੇਰੀ ਪਤਨੀ ਨਾਲ ਮਸਤੀ ਕਰ ਸਕੇ। ਉਸ ਸਮੇਂ ਮੇਰੇ ਕੋਲ ਮੋਬਾਈਲ ਸੀ। ਮੈਂ ਉਸ ਦੀ ਵੀਡੀਓ ਬਣਾਈ ਤੇ ਉੱਥੋਂ ਸਿੱਧਾ ਥਾਣੇ ਗਿਆ। ਅਗਲੇ ਦਿਨ ਮੇਰੀ ਪਤਨੀ ਅਤੇ ਮੇਰਾ ਦੋਸਤ ਜੇਲ੍ਹ ਵਿੱਚ ਸਨ। ਅੱਜ ਤੱਕ ਮੈਂ ਔਰਤ ਦਾ ਇਹ ਰੂਪ ਕਦੇ ਨਹੀਂ ਦੇਖਿਆ ਸੀ ਜੋ ਮੇਰੀ ਪਤਨੀ ਨੇ ਮੈਨੂੰ ਦਿਖਾਇਆ ਸੀ। ਮੇਰਾ ਔਰਤਾਂ ਵਿੱਚੋਂ ਵਿਸ਼ਵਾਸ ਖਤਮ ਹੋ ਗਿਆ ਹੈ। ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ ਅਤੇ ਹੁਣ ਇਕੱਲਾ ਰਹਿ ਰਿਹਾ ਹਾਂ। ਜੋ ਵੀਡੀਓ ਮੈਂ ਪੁਲਿਸ ਨੂੰ ਦਿਖਾਈ ਸੀ ਉਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਮੇਰੇ ਦੋਸਤ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਪੁਲਿਸ ਰਾਹੀਂ ਮੇਰੇ ਸਾਰੇ ਪੈਸੇ ਵਾਪਸ ਕਰਵਾ ਲਏ। ਮੈਂ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕੀਤਾ ਅਤੇ ਕੁਝ ਸਮੇਂ ਦੇ ਅੰਦਰ ਹੀ ਮੇਰਾ ਕਾਰੋਬਾਰ ਫਿਰ ਤੋਂ ਚੱਲ ਪਿਆ ਤੇ ਅੱਜ ਮੈਂ ਸ਼ਹਿਰ ਦਾ ਇੱਕ ਮਸ਼ਹੂਰ ਵਪਾਰੀ ਹਾਂ। ਮੈਂ ਸੁਣਿਆ ਕਿ ਮੇਰਾ ਦੋਸਤ ਕੁਝ ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾ ਹੋ ਗਿਆ ਸੀ। ਉਸਨੇ ਨਿੰਮੋ ਨੂੰ ਕੁਝ ਦਿਨ ਆਪਣੇ ਕੋਲ ਰੱਖਿਆ ਅਤੇ ਜਦੋਂ ਉਸ ਦੀ ਤਸੱਲੀ ਹੋ ਗਈ ਤਾਂ ਉਸ ਨੂੰ ਛੱਡ ਦਿੱਤਾ।
ਨਿੰਮੋ ਮੇਰੇ ਤੋਂ ਮਾਫੀ ਮੰਗਣ ਲਈ ਮੇਰੇ ਦਫ਼ਤਰ ਅਤੇ ਮੇਰੇ ਘਰ ਆਈ, ਪਰ ਮੈਂ ਚੌਕੀਦਾਰ ਨੂੰ ਕਿਹਾ ਕਿ ਉਸ ਨੂੰ ਅੰਦਰ ਨਾ ਜਾਣ ਦਿਓ। ਮੈਂ ਨਿੰਮੋ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦਾ ਸੀ। ਇੱਕ ਵਾਰ ਮੇਰੀ ਕੰਪਨੀ ਵਿੱਚ ਦੁਰਘਟਨਾ ਹੋ ਗਈ। ਸਾਡੀ ਕੰਪਨੀ ਵਿੱਚ ਕੰਮ ਕਰਦੇ ਜਸਵੰਤ ਅੰਕਲ ਦੀ ਬਿਜਲੀ ਦਾ ਝਟਕਾ ਲੱਗਣ ਕਾਰਨ ਮੌਤ ਹੋ ਗਈ। ਜਸਵੰਤ ਅੰਕਲ ਦੀ ਇੱਕ ਕੁੜੀ ਸੀ ਜਿਸ ਦਾ ਨਾਂ ਅਮਨ ਸੀ, ਜੋ ਥੋੜੀ ਸਾਂਵਲੀ ਸੀ ਪਰ ਬਹੁਤ ਹੀ ਸਮਝਦਾਰ ਤੇ ਸੰਸਕਾਰੀ ਸੀ, ਤੇ ਉਸ ਦਾ ਸੁਭਾਅ ਵੀ ਬਹੁਤ ਮਿੱਠਾ ਤੇ ਚੰਗਾ ਸੀ। ਮੈਂ ਜਦੋਂ ਵੀ ਉਸ ਨੂੰ ਦੇਖਦਾ ਉਸ ਵੱਲ ਖਿੱਚਿਆ ਜਾਂਦਾ। ਸ਼ਾਇਦ ਮੈਂ ਉਸ ਨੂੰ ਪਸੰਦ ਕਰਨ ਲੱਗਾ ਸੀ ਤੇ ਉਹ ਵੀ, ਪਰ ਮੈਨੂੰ ਮੇਰਾ ਅਤੀਤ ਯਾਦ ਆ ਜਾਂਦਾ ਤੇ ਮੈਂ ਫਿਰ ਪਿੱਛੇ ਹਟ ਜਾਂਦਾ। ਜਸਵੰਤ ਅੰਕਲ ਦੀ ਪਤਨੀ ਦਾ ਕਾਫੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਜਸਵੰਤ ਅੰਕਲ ਦੀ ਮੌਤ ਤੋਂ ਬਾਅਦ ਉਹਨਾਂ ਦੀ ਧੀ ਪੂਰੀ ਤਰ੍ਹਾਂ ਅਨਾਥ ਹੋ ਗਈ ਸੀ। ਉਸ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਸੀ। ਉਸ ਦੇ ਪਿਤਾ ਦੀ ਮੇਰੀ ਫੈਕਟਰੀ ਵਿੱਚ ਮੌਤ ਹੋ ਗਈ। ਇੱਕ ਇਨਸਾਨ ਹੋਣ ਦੇ ਨਾਤੇ ਮੈਂ ਉਸ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡ ਸਕਦਾ ਸੀ, ਪਰ ਮੇਰੇ ਨਾਲ ਜੋ ਕੁਝ ਹੋਇਆ ਸੀ, ਹੁਣ ਮੇਰਾ ਕਿਸੇ ਵੀ ਕੁੜੀ ਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੈ। ਤਾਂ ਦੋਸਤੋ, ਹੁਣ ਮੈਂ ਤੁਹਾਡੇ ਤੋਂ ਹੀ ਇਹ ਸਲਾਹ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਹੀ ਫੈਸਲਾ ਕਰਕੇ ਦੱਸੋ ਕਿ ਕੀ ਮੈਨੂੰ ਅਮਨ ਤੇ ਭਰੋਸਾ ਕਰਕੇ ਉਸ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ ਜਾਂ ਨਹੀਂ। ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।